ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ। ਅੱਜ ਮੈਂ ਮਨੋਲੀ ਪਿੰਡ ਹੈ ਮੋਹਾਲੀ ਦੇ ਨੇੜੇ, ਉੱਥੇ ਕਿਲਾ ਉਸ ਜਗ੍ਹਾ ਉੱਪਰ ਖੜਾ ਹੋਇਆ। ਇਸ ਕਰਕੇ ਜ਼ਿਕਰ ਕਰ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ, ਕਿਉਂਕਿ ਇੱਥੇ ਨੇੜੇ ਹੀ ਚੱਪੜ ਚਿੜੀ ਮੌਜੂਦ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਸੀ, ਜਿੱਥੇ ਲੜਾਈ ਹੋਈ ਸੀ, ਜਿੱਥੇ ਬਦਲਾ ਲਿਆ ਗਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਦਾ। ਵਜ਼ੀਰ ਖਾਨ ਉਹੀ ਸੀ ਜਿਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਬਾਰਾ ਚ ਚੁਣਾ ਦਿੱਤਾ ਗਿਆ ਸੀ, ਉਹ ਬਦਲਾ ਲਿਆ ਸੀਗਾ। ਨਵਾਬ ਕਪੂਰ ਸਿੰਘ, ਜਦੋਂ ਸਿੱਖ ਉਸ ਵਕਤ ਸਭ ਤੋਂ ਬੁਰੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਸੀ, ਤਾਂ ਨਵਾਬ ਕਪੂਰ ਸਿੰਘ ਇੱਕ ਸਿੱਖ ਲੀਡਰ ਵਜੋਂ ਉੱਭਰ ਕੇ ਸਾਹਮਣੇ। ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ, ਪਰ ਇਸ ਜਗ੍ਹਾ ਉੱਪਰ ਖੜੇ ਹੋ ਕੇ ਉਹਨਾਂ ਦਾ ਜ਼ਿਕਰ ਕਿਉਂ ਹੋ ਰਿਹਾ ਹੈ? ਇਸ ਕਰਕੇ ਹੋ ਰਿਹਾ ਕਿਉਂਕਿ ਅੱਜ ਮੈਂ ਮਨੋਲੀ ਪਿੰਡ ਹੈ ਮੋਹਾਲੀ ਦੇ ਨੇੜੇ, ਉੱਥੇ ਕਿਲਾ ਉਸ ਜਗ੍ਹਾ ਉੱਪਰ ਖੜਾ ਹੋਇਆ। ਇਸ ਕਰਕੇ ਜ਼ਿਕਰ ਕਰ ਰਹੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦਾ, ਕਿਉਂਕਿ ਇੱਥੇ ਨੇੜੇ ਹੀ ਚੱਪੜ ਚਿੜੀ ਮੌਜੂਦ ਹੈ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਮੁਕਾਇਆ ਸੀ, ਜਿੱਥੇ ਲੜਾਈ ਹੋਈ ਸੀ, ਜਿੱਥੇ ਬਦਲਾ ਲਿਆ ਗਿਆ ਸੀਗਾ ਛੋਟੇ ਸਾਹਿਬਜ਼ਾਦਿਆਂ ਦਾ। ਵਜ਼ੀਰ ਖਾਨ ਉਹੀ ਸੀ ਜਿਨੇ ਛੋਟੇ ਸਾਹਿਬਜ਼ਾਦਿਆਂ ਨੂੰ ਦੁਬਾਰਾ ਚ ਚੁਣਾ ਦਿੱਤਾ ਗਿਆ ਸੀ, ਉਹ ਬਦਲਾ ਲਿਆ ਸੀਗਾ। ਤੇ ਉਸ ਤੋਂ ਬਾਅਦ, ਉਸ ਲੜਾਈ ਤੋਂ ਬਾਅਦ, ਉਹ ਸਾਰਾ ਇਲਾਕਾ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਹੇਠ ਆ ਗਿਆ, ਯਾਨੀ ਕਿ ਸਿੱਖ ਰਾਜ ਦੇ ਅਧੀਨ ਆ ਗਿਆ। ਪਰ ਉਸ ਤੋਂ ਬਾਅਦ ਫਿਰ ਅਫਗਾਨ ਆਉਂਦੇ ਆ, ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੀ ਮੌਤ ਹੋ ਜਾਂਦੀ, ਉਹ ਸ਼ਹੀਦ ਹੋ ਜਾਂਦੇ ਆ। ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਅਫਗਾਨਾਂ ਦਾ ਕਬਜ਼ਾ ਹੋ ਜਾਂਦਾ। ਪਰ ਫਿਰ ਕੀ ਹੁੰਦਾ, ਅੱਗੇ ਲੈ ਚੱਲਦੇ ਤੇ ਦੱਸਦਾ। ਨਵਾਬ ਕਪੂਰ ਸਿੰਘ, ਜਦੋਂ ਸਿੱਖ ਉਸ ਵਕਤ ਸਭ ਤੋਂ ਬੁਰੀ ਸਥਿਤੀ ਦੇ ਵਿੱਚੋਂ ਗੁਜ਼ਰ ਰਹੇ ਸੀ, ਤਾਂ ਨਵਾਬ ਕਪੂਰ ਸਿੰਘ ਇੱਕ ਸਿੱਖ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਉਂਦੇ ਆ, ਤੇ ਉਹ ਸਿੱਖ ਲੀਡਰ ਵੱਲੋਂ ਹੀ ਇਸ ਕਿਲੇ ਨੂੰ ਜਿੱਤਿਆ ਗਿਆ ਸੀ ਅਫਗਾਨਿਸਤਾਨਾਂ ਕੋਲੋਂ, ਜਿਹੜੇ ਅਫਗਾਨਿਸਤਾਨ ਦੇ ਦੁਰਾਨੀ ਆਏ ਸੀਗੇ ਹਿੰਦੁਸਤਾਨ ਦੇ ਵਿੱਚ, ਅਫਗਾਨਿਸਤਾਨੀਆਂ ਤੋਂ ਜਿੱਤਿਆ ਗਿਆ ਸੀ ਆ ਕਿਲਾ। ਮਿਸਲਾਂ ਦਾ ਜਦੋਂ ਗਠਨ ਹੁੰਦਾ, ਮਿਸਲਾਂ ਦੀ ਸ਼ੁਰੂਆਤ ਨਵਾਬ ਕਪੂਰ ਸਿੰਘ ਕਰਦੇ ਹੈਗੇ ਆ। ਤਾਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਜਦੋਂ ਰਿਆਸਤ ਆਈ ਸੀਗੀ ਇੱਥੇ, ਉਹਨਾਂ ਦੇ ਰਾਜ ਹੇਠ ਜਦੋਂ ਉਹਨਾਂ ਨੇ ਗਰੀਬਾਂ ਨੂੰ ਜ਼ਮੀਨਾਂ ਵੰਡ ਦਿੱਤੀਆਂ ਸੀ, ਤਾਂ ਉਹਨਾਂ ਦੇ ਅੰਡਰ ਆ ਗਿਆ ਸੀ। ਪਰ ਬਾਅਦ ਦੇ ਵਿੱਚ ਫਿਰ ਤੋਂ ਅਫਗਾਨਾਂ ਦਾ ਕਬਜ਼ਾ ਹੋ ਗਿਆ। ਪਰ ਨਵਾਬ ਕਪੂਰ ਸਿੰਘ ਨੇ ਮਿਸਲਾਂ ਦੀ ਸ਼ੁਰੂਆਤ ਕੀਤੀ ਤੇ ਆਪਣੇ ਅੰਡਰ ਇਸ ਕਿਲੇ ਨੂੰ ਲੈ ਲਿਆ ਗਿਆ। ਬੈਟਲ ਆਫ ਸਰਹੰਦ ਨਵਾਬ ਕਪੂਰ ਸਿੰਘ ਤੋਂ ਬਾਅਦ ਫਿਰ ਜਿੱਤੀ ਗਈ, ਫਿਰ ਬੈਟਲ ਆਫ ਸਰਹੰਦ ਜਿੱਤੀ ਜਾਂਦੀ ਹੈ। ਤੇ ਨਵਾਬ ਕਪੂਰ ਤੋਂ ਬਾਅਦ ਵੀ ਇਹ ਪਟਿਆਲਾ ਦੇ ਮਹਾਰਾਜਾ ਬਾਬਾ ਆਲਾ ਸਿੰਘ ਦੇ ਅਧੀਨ ਖੇਤਰ ਦੇ ਵਿੱਚ ਕਿਲਾ ਆ ਜਾਂਦਾ ਹੈ। ਮਤਲਬ ਕਿ ਜੇਕਰ ਆਪਾਂ ਇੰਟਰੋਡਕਸ਼ਨ ਦਈਏ ਤਾਂ ਸਿੱਖ ਰਾਜ ਦੇ ਅਧੀਨ ਕਾਫੀ ਸਮਾਂ ਇਹ ਕਿਲਾ ਰਿਹਾ, ਸਿੱਖਾਂ ਦੇ ਕੋਲੇ ਕਾਫੀ ਸਮਾਂ ਕਿਲਾ ਰਿਹਾ। ਪਰ ਉਸ ਤੋਂ ਬਾਅਦ ਇਸ ਕਿਲੇ ਦੇ ਅੱਜ ਕੀ ਹਾਲਾਤ ਹੋ ਗਏ, ਤੁਹਾਨੂੰ ਮੈਂ ਕਿਲੇ ਦੀ ਇੱਕ ਇੱਕ ਚੀਜ਼ ਦਿਖਾਊਂਗਾ। ਇਹ ਕਿਲੇ ਦੇ 4 ਪਿੱਲਰ ਹੈਗੇ ਆ। ਮਨੋਲੀ ਪਿੰਡ ਦੇ ਵਿੱਚ ਪੈਂਦਾ, ਜੋ ਅੱਜ ਕੱਲ੍ਹ ਮੋਹਾਲੀ ਜ਼ਿਲ੍ਹੇ ਦੇ ਵਿੱਚ ਹੈ। ਮੋਹਾਲੀ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਸਿਰਫ 4 ਕਿਲੋਮੀਟਰ ਦੀ ਦੂਰੀ ਤੇ ਕਿਲਾ ਹੋਊਗਾ। ਆ 4 ਪਿੱਲਰ ਹੈਗੇ ਆ, 4 ਇਸ ਤਰ੍ਹਾਂ ਦੇ ਪਿੱਲਰ ਹੈਗੇ। ਔਰ ਇਸ ਦਾ ਸਟਰਕਚਰ ਇਸ ਤਰ੍ਹਾਂ ਬਣਾਇਆ ਗਿਆ ਕਿ ਬਹੁਤ ਘੱਟ ਕਿਲੇ ਇਸ ਤਰ੍ਹਾਂ ਦੇ ਮੌਜੂਦ ਹੋਣਗੇ ਜੋ ਸਰਹੰਦੀ ਇੱਟਾਂ ਦੇ ਨਾਲ, ਇਸ ਨੂੰ ਜੋ ਇਸ ਦੇ ਉੱਪਰ ਇੱਟਾਂ ਲੱਗੀਆਂ ਹੋਈਆਂ, ਕਿਉਂਕਿ ਉਦੋਂ ਪੱਥਰਾਂ ਦੇ ਕਿਲੇ ਬਣਾਏ ਜਾਂਦੇ ਸੀਗੇ, ਪਰ ਇਸ ਦੇ ਉੱਪਰ ਸਰਹੰਦੀ ਇੱਟਾਂ ਦਾ ਇਸਤੇਮਾਲ ਕੀਤਾ ਗਿਆ। ਇੱਥੋਂ ਦੇ ਲੋਕ ਇਸ ਨੂੰ ਸਰਹੰਦੀ ਇੱਟਾਂ ਦੱਸਦੇ ਆ। ਤਕਰੀਬਨ 300 ਤੋਂ 400 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਕਿਲਾ। 1700 ਈਸਵੀ ਦਾ ਜਦੋਂ ਜ਼ਿਕਰ ਹੁੰਦਾ, ਬਾਬਾ ਬੰਦਾ ਸਿੰਘ ਬਹਾਦਰ ਆਉਂਦੇ, ਉਸ ਤੋਂ ਬਾਅਦ ਇਹ ਨਵਾਬ ਕਪੂਰ ਸਿੰਘ ਹੋਣਾ ਦੇ ਹੇਠਾਂ ਰਹਿੰਦਾ, ਉਹਨਾਂ ਦੀ ਮਿਸਲ ਦੇ ਹੇਠਾਂ ਰਹਿੰਦਾ, ਕਿਉਂਕਿ ਸਿੱਖ ਮਿਸਲਾਂ ਦੀ ਸ਼ੁਰੂਆਤ ਹੋ ਗਈ ਸੀ ਦੁਰਾਨੀਆਂ ਦੇ ਨਾਲ। ਜਦੋਂ ਜੰਗ ਚੱਲਦੀ ਹੈ ਤਾਂ ਸਿੱਖ ਮਿਸਲਾਂ ਦੀ ਜਦੋਂ ਸ਼ੁਰੂਆਤ ਹੋ ਜਾਂਦੀ, ਉਦੋਂ ਫਿਰ ਕਿਲਾ ਉਹਨਾਂ ਦੇ ਅਧੀਨ ਆ ਜਾਂਦਾ। ਪਰ ਹੁਣ ਇਸ ਦੀ ਹਾਲਾਤ ਜਿਹੜੇ ਹੈਗੇ ਆ, ਇਸ ਕਿਲੇ ਦਾ ਇਸ ਕਰਕੇ ਜ਼ਿਕਰ ਕਰ ਰਿਹਾ, ਤੁਹਾਨੂੰ ਇਤਿਹਾਸ ਇਸ ਕਰਕੇ ਦੱਸ ਰਿਹਾ ਕਿ ਸਿੱਖ ਇਤਿਹਾਸ ਨੂੰ ਸਾਂਭਣ ਦੀਆਂ ਜਦੋਂ ਗੱਲਾਂ ਆਉਂਦੀਆਂ ਤਾਂ ਆਹ ਚੀਜ਼ਾਂ ਸਾਹਮਣੇ ਆਉਂਦੀ ਹੈ ਕਿ ਇੱਕ ਮਹਾਨ ਜਰਨੈਲਾਂ ਨੇ ਜਿਨ੍ਹਾਂ ਦਾ ਇਸਤੇਮਾਲ ਕੀਤਾ ਹੋਵੇ। ਨਵਾਬ ਕਪੂਰ ਸਿੰਘ ਹੋ ਗਏ, ਬਾਬਾ ਬੰਦਾ ਸਿੰਘ ਬਹਾਦਰ ਦੇ ਅਧੀਨ ਆਇਆ ਸੀਗਾ, ਤਾਂ ਉਸ ਤੋਂ ਬਾਅਦ ਇੰਨੇ ਮਹਾਨ ਜਰਨੈਲਾਂ ਨੇ ਇਸ ਕਿਲੇ ਦੀ ਵਰਤੋਂ ਕੀਤੀ ਹੋਵੇ। ਪਰ ਇਹ ਹਾਲਾਤ ਕਿਲੇ ਦੇ ਹੋਣ, ਹਾਲਾਤ ਇਸ ਜਗ੍ਹਾ ਉੱਪਰ ਮੈਂ ਖੜਾ ਆ, ਤੁਹਾਨੂੰ ਸ਼ਾਇਦ ਇੱਕ ਕੂੜਾਦਾਨ ਜਾਂ ਆਪਾਂ ਕੀ ਕਿ ਡੱਬੇ ਵਾਂਗੂ ਵੱਡਾ ਸਾਰਾ ਡਸਟਬਿਨ ਨਜ਼ਰ ਆ ਰਿਹਾ ਹੋਊਗਾ, ਪਰ ਅਸਲੀਅਤ ਇਸ ਦੀ ਕੀ ਹੈ? ਇਸ ਦੀ ਅਸਲੀਅਤ ਹੈ, ਇੱਥੇ ਇੱਕ ਫਾਊਂਟਨ ਹੁੰਦਾ ਸੀ, ਫੁਹਾਰਾ ਹੁੰਦਾ ਸੀਗਾ, ਜੋ ਜਾਣਕਾਰੀ ਮਿਲਦੀ। ਹਾਲਾਂਕਿ ਇਸ ਕਿਲੇ ਦੇ ਕੋਈ ਇਤਿਹਾਸਿਕ ਤੱਥ ਨਾ ਤਾਂ ਬਾਹਰ ਲੱਗੇ ਮਿਲੇ, ਬੇਸ਼ੱਕ ਪੰਜਾਬ ਸਰਕਾਰ ਵੱਲੋਂ ਆਪਣੇ ਅਧੀਨ ਕਰ ਲਿਆ ਗਿਆ ਸੀ ਇਸ ਕਿਲੇ ਨੂੰ, ਪਰ ਇਸ ਦੇ ਕੋਈ ਇਤਿਹਾਸਿਕ ਤੱਥ ਨਾ ਤਾਂ ਬਾਹਰ ਨਜ਼ਰ ਆਉਂਦੇ ਕਿਤੇ ਲੱਗੇ ਹੋਏ। ਤੇ ਇਸ ਦੀਆਂ ਜਿਹੜੀਆਂ ਦੀਵਾਰਾਂ ਹੈਗੀਆਂ ਅਕਸਰ ਦੇਖਣ ਨੂੰ ਮਿਲਦਾ, ਜਿਹੜਾ ਆਰਕੀਓਲੋਜੀ ਵਿਭਾਗ ਵੱਲੋਂ
ਆਪਣੇ ਅੰਡਰ ਕੋਈ ਵੀ ਕਿਲਾ ਕੀਤਾ ਜਾਂਦਾ ਤਾਂ ਉਸ ਦੀਆਂ ਦੀਵਾਰਾਂ ਉੱਪਰ ਪ੍ਰੋਟੈਕਟਡ ਸਾਈਟ ਘੋਸ਼ਿਤ ਕੀਤਾ ਜਾਂਦਾ, ਪਰ ਇਸ ਨੂੰ ਪ੍ਰੋਟੈਕਟਡ ਸਾਈਟ ਸ਼ਾਇਦ ਕਾਗਜ਼ਾਂ 'ਚ ਹੀ ਘੋਸ਼ਿਤ ਕੀਤਾ ਗਿਆ, ਪਰ ਦੀਵਾਰਾਂ ਤੇ ਕੋਈ ਆਪਾਂ ਕੀ ਬੋਰਡ ਨਹੀਂ ਲੱਗੇ ਹੋਏ, ਨਾ ਕੋਈ ਇਤਿਹਾਸ ਦੱਸਿਆ ਗਿਆ ਹੈਗਾ। ਪਰ ਜੋ ਜਾਣਕਾਰੀ ਅਖਬਾਰਾਂ ਦੇ ਰਾਹੀਂ ਜਾਂ ਅਲੱਗ-ਅਲੱਗ ਸੋਸ਼ਲ ਮੀਡੀਆ ਦੇ ਸੋਰਸਸ ਦੇ ਰਾਹੀਂ ਮਿਲੀ ਆ, ਉਹ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਤੁਹਾਨੂੰ ਮੈਂ ਦੱਸ ਰਿਹਾ ਹੈਗਾ ਕਿ ਇਸ ਕਿਲੇ ਨੂੰ ਬਹੁਤ ਸਾਰੇ ਮਹਾਨ ਜਰਨੈਲਾਂ ਨੇ ਯੂਜ਼ ਕੀਤਾ, ਸਿੱਖ ਕੌਮ ਦੇ ਮਹਾਨ ਜਰਨੈਲਾਂ ਨੇ ਯੂਜ਼ ਕੀਤਾ ਹੈਗਾ। ਬਾਬਾ ਬੰਦਾ ਸਿੰਘ ਤੋਂ ਬਹਾਦਰ ਤੋਂ ਬਾਅਦ ਨਵਾਬ ਕਪੂਰ ਦਾ ਜ਼ਿਕਰ ਇਸ ਕਰਕੇ ਕਰ ਰਹੇ ਹਾਂ। ਇਸ ਦੀ ਜਿਹੜੀਆਂ ਦੀਵਾਰਾਂ ਹੈਗੀਆਂ, ਇਹ ਲੋਕਾਂ ਇਸ ਦੀ ਦੀਵਾਰਾਂ ਜਿਹੜੀ ਪੱਟ ਕੇ ਘਰੇ ਇੱਟਾਂ ਲੈ ਕੇ ਜਾ ਰਹੇ, ਉੱਥੇ ਇਸਤੇਮਾਲ ਹੋ ਰਿਹਾ। ਘਾਹ ਉੱਗਿਆ, ਦਰਖਤ ਉੱਗੇ ਪਏ ਵਿੱਚ, ਇਸ ਦੀ ਕੋਈ ਪ੍ਰੋਟੈਕਟ ਕਰਨ ਵਾਲਾ ਇੱਥੇ ਨਜ਼ਰ ਜਿਹੜਾ ਨਹੀਂ ਆਉਂਦਾ। ਇਹ ਕਿਲੇ ਦੀ 4 ਪਿੱਲਰ, ਅੱਜ ਤੋਂ ਕਾਫੀ ਸਮਾਂ ਪਹਿਲਾਂ 4 ਪਿੱਲਰ ਜਿਹੜੇ ਮੌਜੂਦ ਹੁੰਦੇ ਸੀਗੇ, ਪਰ ਅੱਜ ਉਹ ਪਿੱਲਰ ਜਿਹੜੇ ਆ ਖੁਰ ਰਹੇ ਹੈਗੇ ਆ, ਇੱਟਾਂ ਉਸ ਦੀਆਂ ਭੁਰ ਰਹੀਆਂ, ਉਸ ਦੇ ਵਿੱਚ ਪੇੜ ਉੱਗੇ ਹੋਏ ਆ, ਪਰ ਉਸ ਨੂੰ ਕੋਈ ਕੱਟਣ ਵਾਲਾ ਜਾਂ ਉਸ ਨੂੰ ਕੋਈ ਸਾਂਭਣ ਵਾਲਾ ਨਜ਼ਰ ਨਹੀਂ ਆ ਰਿਹਾ। ਹੁਣ ਕਈ ਤਾਂ ਪਿੰਡ ਦੇ ਲੋਕ ਕਹਿ ਰਹੇ ਆ ਕਿ ਕਿਸੇ ਵੀ ਵਕਤ ਇਹ ਕਿਲਾ ਡਿੱਗ ਸਕਦਾ। ਦੋਨਾਂ ਪਾਸੇ 4 ਪਿੱਲਰ ਇਸ ਦੇ ਮੌਜੂਦ ਹੈਗੇ। ਬਹੁਤ ਖੂਬਸੂਰਤ ਆਪਾਂ ਕੀ ਇਸ ਕਿਲੇ ਨੂੰ ਬਣਾਇਆ ਗਿਆ ਹੈਗਾ। ਐਂਟਰੀ ਗੇਟ ਹੈਗਾ ਜਿਹੜਾ ਇਸ ਕਿਲੇ ਦਾ ਦਰਬਾਰ ਵਾਲੇ ਸਾਈਡ, ਕਿਉਂਕਿ ਜੋ ਆਪਾਂ ਕੀ ਹੈ ਕਿ ਕਿਲੇ ਦੀ ਇੱਕ ਸਟਰਕਚਰ ਹੁੰਦਾ, ਇੱਕ ਢਾਂਚਾ ਹੁੰਦਾ, ਇਹ ਦਰਬਾਰ ਦਾ ਸਾਈਟ ਹੈਗਾ। ਇਹ ਦਰਬਾਰ ਦੀ ਜਿਹੜੀ ਜਿੱਥੇ ਦਰਬਾਰ ਲਗਾਇਆ ਜਾਂਦਾ ਸੀਗਾ ਉਸ ਜਗ੍ਹਾ ਨੂੰ ਦੱਸਿਆ ਜਾਂਦਾ, ਜੋ ਇੱਥੋਂ ਦੇ ਪਿੰਡ ਵਾਲੇ ਜਾਣਕਾਰੀ ਦਿੰਦੇ ਹੈਗੇ। ਔਰ ਦੂਸਰੀ ਸਾਈਡ ਉਹ ਕਿਲੇ ਦੀ ਐਂਟਰੀ ਹੈਗੀ ਹੈ, ਮਤਲਬ ਮੇਨ ਗੇਟ ਜਿਹੜਾ ਕਿਲੇ ਦਾ ਹੈਗਾ, ਆਹ ਮੇਨ ਗੇਟ ਹੈਗਾ। ਇੱਥੇ ਫਾਊਂਟੇਨ ਆਇਆ ਸੀਗਾ ਤੇ ਇਸ ਦੀ ਜਿਹੜੀ ਕਲਾਕਾਰੀ ਕੀਤੀ ਗਈ ਹੈ ਬਹੁਤ ਹੀ ਖੂਬਸੂਰਤ ਤਰੀਕੇ ਨਾਲ, ਅਲੱਗ ਕਿਸਮ ਦੀ ਕਲਾਕਾਰੀ ਕੀਤੀ ਗਈ ਹੈ। ਜਦੋਂ ਇਹਨੇ ਪੁਰਾਣੇ ਸਮੇਂ ਦੇ ਵਿੱਚ ਜਾਂਦੇ ਆ ਤਾਂ ਤੁਹਾਨੂੰ ਮੈਂ ਇੱਕ ਚੀਜ਼ ਦਿਖਾਊਂਗਾ। ਜਿਹੜੀਆਂ ਇਸ ਦੀਆਂ ਇੱਟਾਂ ਹੈਗੀਆਂ, ਇਸ ਦੀਆਂ ਇੱਟਾਂ ਨੂੰ ਬੜੇ ਖੂਬਸੂਰਤ ਢੰਗ ਦੇ ਨਾਲ ਉਸ ਸਮੇਂ ਦੇ ਵਿੱਚ ਡਿਜ਼ਾਈਨ ਕੀਤਾ ਗਿਆ ਹੈਗਾ। ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਹਿਸਾਬ ਦੇ ਨਾਲ ਇਸ ਕਲਾ ਨੂੰ, ਇਸ ਇਤਿਹਾਸ ਨੂੰ ਬਣਾਇਆ ਗਿਆ ਹੈਗਾ। ਪਰ ਜੋ ਇਸ ਦੀ ਦਸ਼ਾ ਹੋ ਰਹੀ ਹੈ, ਇਹ ਕਿਸੇ ਵੀ ਵਕਤ ਇਹ ਇਤਿਹਾਸ ਜੋ ਸਾਡਾ, ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਦਾਅਵੇ ਕਰਦੀ ਹੈ ਸਿੱਖ ਇਤਿਹਾਸ, ਸਿੱਖੀ ਨੂੰ ਘਰ ਪਹੁੰਚਾਉਂਦੀ ਹੈ, ਪਰ ਇਤਿਹਾਸ ਸਾਂਭਣਾ ਵੀ ਬਹੁਤ ਜ਼ਰੂਰੀ ਹੈਗਾ। ਪਰ ਜੋ ਹਾਲਾਤ ਇਸ ਕਿਲੇ ਦੇ ਬਣੇ ਹੋਏ, ਅੰਦਰੋਂ ਵੀ ਤੁਹਾਨੂੰ ਮੈਂ ਦਿਖਾਊਂਗਾ, ਤਸਵੀਰਾਂ ਅੰਦਰ ਵੀ ਲੈ ਚੱਲੂੰਗਾ ਕਿ ਆਖਰਕਾਰ ਅੰਦਰੋਂ ਕਿਵੇਂ ਦਾ ਦਿਖਦਾ ਹੈ ਕਿਲਾ। ਕਿਲੇ ਦਾ ਤੁਹਾਨੂੰ ਮੈਂ ਇਤਿਹਾਸ ਦੱਸ ਰਿਹਾ ਹੈਗਾ ਕਿ ਇਹ ਐਂਟਰ ਜਦੋਂ ਹੁੰਦੇ ਆ ਤਾਂ ਮੈਨੂੰ ਨਵਾਬ ਕਪੂਰ ਸਿੰਘ ਦੇ, ਉਸ ਤੋਂ ਬਾਅਦ ਕਿਉਂਕਿ ਬੱਚਾ ਨਹੀਂ ਸੀ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਨੈਫਿਊ ਸੀਗਾ ਖੁਸ਼ਲ ਸਿੰਘ, ਉਸ ਤੋਂ ਬਾਅਦ ਉਸਦੇ ਜਿਹੜੇ ਬੇਟੇ ਸੀਗੇ, 7 ਬੱਚੇ ਹੁੰਦੇ ਆ ਉਸ ਤੋਂ ਬਾਅਦ, ਤਾਂ ਉਹਨਾਂ ਦੇ ਵਿੱਚ ਅਲੱਗ-ਅਲੱਗ ਡਿਵਾਈਡ ਕਰ ਦਿੱਤੇ ਗਈ ਆ ਜਿਹੜੇ ਇਲਾਕੇ ਸੀਗੇ। ਕੋਈ ਰੋਪੜ ਦਾ ਇਲਾਕਾ ਸੀਗਾ, ਮਨੋਲੀ ਦਾ ਇਲਾਕਾ ਸੀਗਾ, ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ। ਤੇ ਇੱਕ ਬੱਚੇ ਦੇ ਹਿੱਸੇ ਆ ਵੀ ਆਇਆ ਸੀਗਾ, ਮਤਲਬ ਕਿ ਸਿੱਖਾਂ ਦੇ ਕੋਲ ਕਾਫੀ ਸਮਾਂ ਇਹ ਕਿਲਾ ਰਿਹਾ। ਪਰ ਉਸ ਦੇ ਬਾਵਜੂਦ ਜਦੋਂ ਐਂਟਰ ਹੁੰਦੇ, ਇਤਿਹਾਸ ਯਾਦ ਕਰਦੇ ਆ, ਜੋ ਅੱਜ ਇਤਿਹਾਸ ਦੀ ਦੂਰਦਸ਼ਾ ਹੋ ਰਹੀ ਹੈ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ। ਕੁਝ ਜਗ੍ਹਾ ਉੱਪਰ ਇਹ ਪੱਥਰ ਦਾ, ਇਹ ਉੱਪਰ ਜਿਹੜਾ ਪੱਥਰ ਦਾ ਇਸਤੇਮਾਲ ਕੀਤਾ ਗਿਆ, ਥੱਲੇ ਸਰਹੰਦੀ ਇੱਟਾਂ ਦਾ ਇਸਤੇਮਾਲ ਕੀਤਾ ਗਿਆ, ਬਕਾਇਦਾ ਸੀਮੈਂਟ ਦਾ ਇਸਤੇਮਾਲ ਕੀਤਾ ਗਿਆ। ਇਹ ਚੀਜ਼ਾਂ ਦਰਸਾਉਂਦੀ ਹੈ ਕਿ ਕਿਸ ਹਿਸਾਬ ਦੇ ਨਾਲ ਆਧੁਨਿਕ ਤਰੀਕੇ ਦੇ ਨਾਲ ਉਸ ਸਮੇਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ, ਵੱਖਰੇ ਢੰਗ ਦੇ ਨਾਲ ਇਸ ਕਿਲੇ ਨੂੰ ਡਿਜ਼ਾਈਨ ਕੀਤਾ। ਕਿਉਂਕਿ ਅਜਿਹੇ ਕਿਲੇ ਦੇਖਣ ਨੂੰ ਬਹੁਤ ਘੱਟ ਮਿਲਦੇ ਹੈਗੇ ਆ, ਪਰ ਜੋ ਇਸ ਦੇ ਹਾਲਾਤ ਹੋ ਰਹੇ ਆ, ਇਹ ਹਾਲਾਤ ਨਹੀਂ ਹੋਣੇ ਸੀਗੇ। ਜੋ ਹਾਲਾਤ ਹੋ ਰਹੇ ਆ, ਇੱਟਾਂ ਇਸ ਦੀਆਂ ਗਿਰ ਰਹੀਆਂ ਹੈਗੀਆਂ। ਔਰ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਦੀ ਜਿਹੜੀ ਇੱਟਾਂ ਹੈਗੀ ਨੋਰਮਲ ਇੱਟ ਤੋਂ ਕਾਫੀ ਜਿਹੜੀ ਵੱਡੀ ਔਰ ਪਤਲੀ ਕਾਫੀ ਨੋਰਮਲ ਇੱਟ ਤੋਂ ਹੈ, ਪਰ ਇਸ ਨੂੰ ਆਪਣੇ ਲੋਕ ਘਰਾਂ 'ਚ ਪੱਟ ਕੇ ਲਿਜਾ ਰਹੇ, ਕਈ ਤਾਂ ਆਪਣੇ ਕੰਸਟਰਕਸ਼ਨਸ ਦੇ ਵਰਕ ਦੇ ਵਿੱਚ ਘਰਾਂ ਦੇ ਵਿੱਚ ਇਸਤੇਮਾਲ ਕਰ ਰਹੇ ਹੈਗੇ ਆ। ਔਰ ਸਭ ਤੋਂ ਬੜੀ ਦੁੱਖ ਦੀ ਗੱਲ ਹੈਗੀ ਹੈ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਆਉਂਦੀ ਹੈ ਤਾਂ ਇੱਕ ਪਾਸੇ ਇੱਕ ਮਹਾਨ ਇਤਿਹਾਸ ਇਸ ਕਿਲੇ ਦੇ ਵਿੱਚੋਂ, ਇਸ ਕਿਲੇ ਦੀ, ਕਿਉਂਕਿ ਉਹਨਾਂ ਦੇ ਨਾਲ ਜੁੜਦਾ, ਨਵਾਬ ਕਪੂਰ ਸਿੰਘ ਹੋਣਾ ਦੇ ਨਾਲ ਜੁੜਦਾ, ਬਾਬਾ ਬੰਦਾ ਸਿੰਘ ਬਹਾਦਰ ਹੋਣਾ ਦੇ ਨਾਲ ਜੁੜਦਾ। ਭਾਗ ਹੈਗਾ ਪੰਜਾਬ ਸਰਕਾਰ ਦਾ ਵੀ ਜਾਂ ਭਾਰਤ ਸਰਕਾਰ ਦਾ ਵੀ, ਕਿਉਂਕਿ ਪ੍ਰੋਟੈਕਟਡ ਸਾਈਟ ਭਾਰਤ ਸਰਕਾਰ ਵੱਲੋਂ ਵੀ ਹੈਗੀ ਹੈ। ਤਾਂ ਇਹ ਕਿਲੇ ਦਾ ਰੌਲਾ ਵੀ ਕਾਫੀ ਸਮਾਂ ਚੱਲਿਆ, ਕੋਰਟਾਂ ਦੇ ਵਿੱਚ ਕੇਸ ਗਏ, ਪਰ ਆਖਰਕਾਰ ਇਸ ਨੂੰ ਪੰਜਾਬ ਸਰਕਾਰ ਨੇ ਜਿੱਤ ਲਿਆ, ਜਾਂ ਆਪਾਂ ਕਹਿ ਲਈਏ ਕਿ ਪ੍ਰੋਟੈਕਟਡ ਸਾਈਟ ਇਹ ਘੋਸ਼ਿਤ ਹੋ ਗਈ। ਪਰ ਕੀ ਤੁਹਾਨੂੰ ਇਸ ਕਿਲੇ ਵੱਲ ਜਦੋਂ ਨਿਗਾਹ ਮਾਰਦੇ ਹੋ ਕਿਤੋਂ ਨਜ਼ਰ ਆਉਂਦੀ ਹੈ ਕਿ ਇਹ ਪ੍ਰੋਟੈਕਟਡ ਸਾਈਟ ਹੋਵੇ? ਆ 4 ਪਿੱਲਰ ਤੁਹਾਨੂੰ ਮੈਂ ਜ਼ਿਕਰ ਕੀਤਾ ਸੀ ਕਿ ਕਿਲੇ ਦੇ ਵਿੱਚ ਐਂਟਰ ਹੋਣ ਤੋਂ ਪਹਿਲਾਂ ਕਿ 4 ਪਿੱਲਰ ਹੈਗੇ ਆ, ਪਰ ਜੋ ਪਿੱਲਰ ਦੱਸੇ ਜਾਂਦੇ ਹੈਗੇ ਕਿ ਬਹੁਤ ਸੁਰੱਖਿਅਤ ਸੀ, ਬਹੁਤ ਸਹੀ ਸੀਗੇ ਪਿੱਲਰ, ਪਰ ਇਹ ਜਦੋਂ ਤੋਂ ਇਹ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੇ ਹੇਠ ਆਏ ਉਸ ਤੋਂ ਬਾਅਦ ਨਾ ਤਾਂ ਕੋਈ ਬਹੁਤੀ ਸੰਭਾਲ ਹੋਈ ਹੈ,
ਆ ਰੁੱਖ ਝਾੜੀਆਂ ਆ ਪਿੱਲਰਾਂ ਦੇ ਵਿੱਚ ਲਗਾਤਾਰ ਵੱਡੀਆਂ ਹੁੰਦੀਆਂ ਜਾ ਰਹੀਆਂ ਤੇ ਇਹਨਾਂ ਦੀ ਮਿੱਟੀ ਇੱਟਾਂ ਲਗਾਤਾਰ ਝੜ ਰਹੀਆਂ। ਹੋ ਸਕਦਾ ਆਉਣ ਵਾਲੇ 5-7 ਸਾਲਾਂ ਜਾਂ 10 ਸਾਲਾਂ ਦੇ ਬਾਅਦ ਇਹ ਬਿਲਕੁਲ ਇੱਥੋਂ ਡਿੱਗ ਕੇ ਗਾਇਬ ਹੋ ਜਾਏ ਤਾਂ ਸ਼ਾਇਦ ਇੱਕ ਸਿੱਖ ਇਤਿਹਾਸ, ਕਿਉਂਕਿ ਕਿਸੇ ਵੀ ਕੌਮ ਵਾਸਤੇ ਇਤਿਹਾਸ ਸਾਂਭਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਇਤਿਹਾਸ ਨਹੀਂ ਸਾਂਭਾਂਗੇ, ਪੁਰਾਣੀਆਂ ਕਹਾਵਤਾਂ ਵੀ ਬਣੀਆਂ ਹੋਈਆਂ ਤੇ ਜਦੋਂ ਪੱਛਮੀ ਸੱਭਿਅਤਾ ਦੀ ਗੱਲ ਆਉਂਦੀ ਹੈ ਤੇ ਇੱਕ ਕਹਾਵਤ ਚੱਲਦੀ ਹੈ ਕਿ ਕਿਸੇ ਨੂੰ ਬਦਦੁਆ ਦੇਣੀ ਹੈ ਤਾਂ ਉਸਨੂੰ ਇਹ ਬਦਦੁਆ ਦਿੱਤੀ ਜਾਵੇ ਕਿ ਉਹ ਆਪਣੀ ਮਾਂ ਬੋਲੀ ਭੁੱਲ ਜੇ। ਤੇ ਮਾਂ ਬੋਲੀ ਆਪਣੇ ਇਤਿਹਾਸ, ਆਪਣੇ ਧਰਮ, ਆਪਣੇ ਪਿਛੋਕੜ ਦੇ ਨਾਲ ਜੁੜੀ ਹੁੰਦੀ ਹੈ ਤੇ ਇਹ ਇਤਿਹਾਸ ਜੇਕਰ ਅੱਜ ਨਾ ਸਾਂਭਾਂਗੇ ਤਾਂ ਸ਼ਾਇਦ ਆਉਣ ਵਾਲਾ ਕੱਲ ਆਪਣੀ ਕੌਮ, ਆਪਣੀ ਵਿਰਾਸਤ ਨੂੰ ਭੁਲਾ ਬੈਠੂਗਾ। ਤਾਂ ਮਹਾਨ ਕੌਮ ਬੇਸ਼ੱਕ ਕਿਹਾ ਜਾਂਦਾ, ਪਰ ਨਾਲ ਦੀ ਨਾਲ ਮੈਂ ਤੁਹਾਨੂੰ ਕਿਲਾ ਦਿਖਾਉਣਾ ਰਹਿਣਾ ਕਿ ਕਿਸੇ ਹਿਸਾਬ ਨਾਲ ਖੂਬਸੂਰਤ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ ਹੈ। ਚਾਹੇ ਇੱਟਾਂ ਹੁਣ ਉਹ ਘੇਰਦੀਆਂ ਹੈਗੀਆਂ, ਪੱਥਰ ਹੁਣ ਲਗਾਤਾਰ ਡਿੱਗ ਰਹੇ ਹੈਗੇ ਆ ਇਸ ਕਿਲੇ ਤੋਂ। ਅਲੱਗ-ਅਲੱਗ ਖਿੜਕੀਆਂ ਨੂਮਾ ਇੱਥੇ ਜਿਹੜੀ ਆ ਡਿਜ਼ਾਈਨ ਕੀਤੇ ਗਏ ਸੀ, ਹਵਾਦਾਰ ਤਰੀਕੇ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ ਸੀ। ਦੁਰਾਨੀਆਂ ਦੇ ਨਾਲ ਜਦੋਂ ਲੜਾਈ ਹੋਈ ਸੀਗੀ ਉਸ ਵਕਤ ਵੀ ਦੱਸਿਆ ਜਾਂਦਾ ਕਿ ਇਸ ਨੂੰ ਵਰਤਿਆ ਗਿਆ ਸੀਗਾ ਤਾਂ ਉਦੋਂ ਜਿੱਤਿਆ ਗਿਆ ਸੀਗਾ। ਤਾਂ ਬਾਬਾ ਆਲਾ ਸਿੰਘ ਜੋ ਪਟਿਆਲਾ ਰਿਆਸਤ ਜਿਨ੍ਹਾਂ ਦੇ ਕੋਲ ਰਹੀ, ਉਹਨਾਂ ਦੇ ਕੋਲ ਇਹ ਕਿਲਾ ਆਇਆ। ਕਾਫੀ ਏਰੀਆ ਦੇ ਵਿੱਚ ਜਿਹੜਾ ਕਿਲਾ ਫੈਲਿਆ ਹੋਇਆ, ਮਨੋਲੀ ਪਿੰਡ ਦੇ ਵਿੱਚ ਕਾਫੀ ਵੱਡੇ ਏਰੀਆ ਦੇ ਵਿੱਚ ਕਿਲਾ ਫੈਲਿਆ ਹੋਇਆ। ਪਰ ਜੋ ਆਰਕੀਓਲੋਜੀ ਵਿਭਾਗ, ਮਤਲਬ ਕਿ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਦਾ ਵਿਭਾਗ ਹੈ, ਉਹ ਕਹਿੰਦਾ ਬੇਸ਼ੱਕ ਹੈਗਾ, ਕਿਉਂਕਿ ਅਖਬਾਰਾਂ ਦੇ ਵਿੱਚ ਸਟੇਟਮੈਂਟ ਜਦੋਂ ਉਹਨਾਂ ਦੀਆਂ ਪੜ੍ਹੀਆਂ ਤਾਂ ਉੱਥੇ ਸਾਫ਼ ਤੌਰ ਤੇ ਨਜ਼ਰ ਆਉਂਦਾ ਹੈਗਾ ਕਿ ਉਹ ਕਹਿੰਦੇ ਸੀ 1 ਕਰੋੜ ਰੁਪਇਆ ਤੱਕ ਖਰਚ ਕਰ ਚੁੱਕੇ ਆ। ਤੇ ਕਈ ਜਗ੍ਹਾ ਇਹ ਵੀ ਤਰਕ ਦੇਖਣ ਨੂੰ ਮਿਲਦੇ ਹੈਗੇ ਆ ਕਿ ਵਿਭਾਗ ਵੱਲੋਂ ਪੈਸੇ ਨਹੀਂ ਆਉਂਦੇ ਤਾਂ ਕਰਕੇ ਇਸ ਨੂੰ ਨਹੀਂ ਸਾਂਭਿਆ ਜਾ ਰਿਹਾ ਹੈਗਾ, ਕਿਉਂਕਿ ਫੰਡ ਦੀ ਕਮੀ ਹੈਗੀ ਹੈ। ਪਰ ਜੇਕਰ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਇਸ ਕਿਲੇ ਨੂੰ ਸਾਂਭਣ ਵਾਸਤੇ ਹੰਬਲਾ ਨਹੀਂ ਮਾਰ ਰਹੀ ਤਾਂ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਨਹੀਂ ਹੈਗਾ ਕਿ ਇਸ ਇਤਿਹਾਸ ਨੂੰ ਸਾਂਭ ਲਿਆ ਜਾਵੇ? ਜੋ ਉਹ ਮਹਾਨ ਜਰਨੈਲਾਂ ਨੇ ਸਿਰਜਿਆ ਸੀਗਾ, ਉਹ ਮਹਾਨ ਜਰਨੈਲਾਂ ਨੇ ਬਣਾਇਆ, ਉਹ ਮਹਾਨ ਲੜਾਈਆਂ ਲੜ ਕੇ, ਉਹ ਮਿਸਲਾਂ ਦੀਆਂ ਲੜਾਈਆਂ, ਸਿੱਖ ਰਾਜ ਆਪਾਂ ਕੀ ਬਹੁਤ ਥੋੜਾ ਸਮਾਂ ਰਿਹਾ। ਇੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਹੁਤ ਆਪਾਂ ਕੀ ਕਿ 40 ਤੋਂ 45 ਸਾਲ ਛੋਟਾ ਜਿਹਾ ਰਾਜ ਉਹ ਸੀਗਾ। ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀਗਾ। ਪਰ ਉਹ ਸਿੱਖ ਜਰਨੈਲ, ਚਾਹੇ ਬਾਬਾ ਜੱਸਾ ਸਿੰਘ ਆਹਲੂਵਾਲੀਆ, ਹੁਣ ਨਵਾਬਪੁਰ ਸਮੇਂ ਤੋਂ ਬਾਅਦ ਜਿਹੜੀਆਂ ਮਿਸਲਾਂ ਚੱਲੀਆਂ, ਉਹਨਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ ਸਿੱਖ ਕੌਮ ਵਾਸਤੇ। ਤੇ ਉਹਨਾਂ ਦੇ ਵਿੱਚੋਂ ਇੱਕ ਆਪਾਂ ਕੀ ਉਹੀ ਇਤਿਹਾਸ ਹੈਗਾ ਇੱਕ। ਜੇਕਰ ਇਸ ਨੂੰ ਨਾ ਸਾਂਭਿਆ ਗਿਆ ਤਾਂ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਅਤੀਤ ਨੂੰ ਯਾਦ ਕਰਕੇ ਪਛਤਾਉਣਾ ਪੈਣਾ। ਤੇ ਇਹ ਕਿਲੇ ਦੀ ਅਲੱਗ-ਅਲੱਗ ਸਾਈਡ ਮੈਂ ਤੁਹਾਨੂੰ ਦਿਖਾ ਰਿਹਾ ਹੈਗਾ। ਇੱਕ ਤਾਂ ਬਿਲਕੁਲ ਸਾਈਡ ਹੈ ਜਿਹੜੀ ਇੱਕ ਕਿਲੇ ਦੀ ਖੱਬੀ ਸਾਈਡ ਹੈਗੀ, ਜਿਹੜੀ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ। ਲਗਭਗ ਆਪਾਂ ਕੀ ਹੈ ਕਿ ਖਤਮ, ਉਹ ਦੀਵਾਰ ਤੁਹਾਨੂੰ ਟੇਢੀ ਨਜ਼ਰ ਆ ਰਹੀ ਹੋਣੀ ਇੱਕ, ਸ਼ਾਇਦ ਕਿਸੇ ਵਕਤ ਡਿੱਗ ਸਕਦੀ ਹੈ। ਪ੍ਰੋਟੈਕਟਡ ਸਾਈਡ ਤਾਂ ਜ਼ਰੂਰ ਹੈ, ਪਰ ਜੋ ਕਿਲੇ ਦੀ ਦਸ਼ਾ ਤੋਂ ਨਜ਼ਰ ਨਹੀਂ ਆਉਂਦੀ। ਤੁਸੀਂ ਦੀਵਾਰ ਦੇਖੋ ਕਿੰਨੀ ਮੋਟੀ ਇੱਥੇ ਬਣਾਈ ਗਈ ਹੈ, ਕਿੰਨੀ ਮੋਟੀ ਇਹ ਦੀਵਾਰ ਬਣਾਈ ਗਈ ਹੈ, ਦਰਸਾਉਂਦੀ ਹੈ ਕਿ ਕਿੰਨਾ ਸੁਰੱਖਿਅਤ ਇਹ ਕਿਲਾ ਹੋ ਸਕਦਾ ਸੀਗਾ ਉਸ ਸਮੇਂ ਦੇ ਵਿੱਚ, ਕਿੰਨਾ ਸੁਰੱਖਿਅਤ ਹੋਊਗਾ। ਪਰ ਨਾ ਤਾਂ ਬਾਹਰ ਇਤਿਹਾਸ ਦੱਸਿਆ ਗਿਆ, ਲਿਖਿਆ ਗਿਆ, ਜਾਂ ਸਾਜ਼ਿਸ਼ ਹੈ ਕਿਸੇ ਦੀ ਕਿ ਕੋਈ ਇਤਿਹਾਸ ਜਾਣ ਨਾ ਸਕੇ ਇਸ ਦਾ। ਕਿਉਂਕਿ ਇਤਿਹਾਸ ਤੁਹਾਨੂੰ ਬਹੁਤ ਕੁਝ ਸਿਖਾਉਂਦੇ, ਇਤਿਹਾਸ ਤੁਹਾਡੇ ਅਤੀਤ ਬਾਰੇ ਤੁਹਾਨੂੰ ਦੱਸਦੇ ਆ ਕਿ ਤੁਸੀਂ ਕਿੰਨੇ ਮਹਾਨ ਸੀਗੇ। ਪਰ ਜਦੋਂ ਤੁਹਾਡਾ ਇਤਿਹਾਸ ਹੀ ਤੁਹਾਡੇ ਤੋਂ ਖੋਇਆ ਜਾਣ ਲੱਗ ਗਿਆ, ਜਦੋਂ ਤੁਹਾਡਾ ਇਤਿਹਾਸ, ਕਿਉਂਕਿ ਆਪਾਂ ਸਭ ਜਾਣਦੇ ਕਿ ਸਿੱਖ ਕੌਮ, ਸਿੱਖ ਮਿਸਲਾਂ ਕਿੰਨੀਆਂ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਸੀਗੀਆਂ, ਕਿਉਂਕਿ ਅਫਗਾਨਾਂ ਦੇ ਨਾਲ, ਦੁਰਾਨੀਆਂ ਦੇ ਨਾਲ, ਮੁਗਲਾਂ ਦੇ ਨਾਲ ਇਕੱਲੇ ਮੁਕਾਬਲਾ ਕਰਦੇ ਸੀਗੇ। ਪੰਜਾਬ ਦੇ ਵਿੱਚ ਜੇਕਰ ਉਹਨਾਂ ਕੋਈ ਹਿੰਦੁਸਤਾਨ ਦੇ ਵਿੱਚ ਟੱਕਰ ਦਿੰਦਾ ਸੀ ਤਾਂ ਸਿਰਫ ਸਿੱਖ ਮਿਸਲਾਂ ਸੀਗੀਆਂ। ਤੇ ਉਹਨਾਂ ਦਾ ਇਤਿਹਾਸ ਹੀ ਜੇਕਰ ਨਾ ਸਾਂਭਿਆ ਗਿਆ, ਆ ਘਾਹ ਉਗ ਰਿਹਾ, ਲੰਬੀਆਂ ਲੰਬੀਆਂ ਵੱਡੀਆਂ ਵੱਡੀਆਂ ਝਾੜੀਆਂ ਉਗ ਰਹੀਆਂ ਹੈਗੀਆਂ, ਖੰਡਰ ਬਣ ਰਿਹਾ। ਔਰ ਸਭ ਤੋਂ ਦੁਖਦਾਈ, ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀਗਾ, ਸਭ ਤੋਂ ਵੱਡੀ ਗੱਲ ਆ ਕਿ ਦੁਖਦਾਈ ਕਿ ਇੱਥੇ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈਗਾ। ਸ਼ੀਸ਼ੀਆ, ਫੈਂਸੀ, ਉਹ ਮੈਂ ਤਸਵੀਰਾਂ ਦੇ ਵਿੱਚ ਨਹੀਂ ਦਿਖਾ ਸਕਦਾ ਕਿ ਅਜਿਹੀਆਂ ਚੀਜ਼ਾਂ ਇੱਥੇ ਮਿਲ ਰਹੀਆਂ ਹੈਗੀਆਂ ਕਿ ਨਸ਼ੇੜੀਆਂ ਦਾ ਅੱਡਾ ਇਹ ਕਿਲਾ ਬਣ ਚੁੱਕਿਆ ਹੈਗਾ। ਪਰ ਕੋਈ ਵੀ ਇਸ ਕਿਲੇ ਨੂੰ ਸਾਂਭਣ ਵਾਲਾ ਦਿਖਾਈ ਨਾ ਤਾਂ ਪੰਜਾਬ ਸਰਕਾਰ ਦਿੰਦੀ ਹੈ, ਨਾ ਭਾਰਤ ਸਰਕਾਰ ਦਿੰਦੀ ਹੈ, ਨਾ ਹੀ ਉਹਨਾਂ ਦਾ ਵਿਭਾਗ ਨਜ਼ਰ ਆਉਂਦਾ ਕਿਤੇ। ਇੱਥੇ ਜ਼ਰੂਰ ਕੇਅਰ ਟੇਕਰ ਰਹਿੰਦੇ ਸੀਗੇ, ਪਰ ਫਿਲਹਾਲ ਦੀ ਘੜੀ ਕਿਤੇ ਨਾ ਕਿਤੇ ਉਹ ਵੀ ਇੱਥੋਂ ਗਾਇਬ ਨਜ਼ਰ ਆਉਂਦੇ ਆ। ਪਰ ਕਿਲੇ ਦੀ ਜੋ ਦਸ਼ਾ ਹੈਗੀ ਆ, ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੀ ਖੂਬਸੂਰਤ ਤੁਸੀਂ ਪਿੱਲਰ ਦੇਖ ਰਹੇ ਹੋ,
ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਇਹਦੇ ਵਿੱਚ ਤਰੇੜਾਂ ਆ ਰਹੀਆਂ ਹੈਗੀਆਂ, ਜਿਸ ਹਿਸਾਬ ਦੇ ਨਾਲ ਲਗਾਤਾਰ ਇਹ ਡਿੱਗ ਰਿਹਾ ਹੈਗਾ, ਉਹ ਦੀਵਾਰਾਂ ਦੇ ਵਿੱਚ ਜੋ ਤਰੇੜਾਂ ਮੈਨੂੰ ਨਜ਼ਰ ਇੱਥੋਂ ਆ ਰਹੀਆਂ ਕਿ ਆਉਣ ਵਾਲੇ ਸ਼ਾਇਦ 6 ਮਹੀਨੇ ਵੀ ਨਾ ਕੱਟ ਸਕਣ, ਇੱਥੇ ਸਾਲ ਵੀ ਨਾ ਕੱਟ ਸਕਣ, ਸ਼ਾਇਦ ਹੋ ਸਕਦਾ ਆਉਣ ਵਾਲੇ 5-7 ਸਾਲਾਂ ਦੇ ਵਿੱਚ ਤਾਂ ਕਿਲ੍ਹਾ ਹੀ ਇੱਥੋਂ ਗਾਇਬ ਹੋ ਜੇ, ਆਪਣਾ ਇੱਕ ਇਤਿਹਾਸ, ਮਹਾਨ ਇਤਿਹਾਸ ਆਪਣੇ ਤੋਂ ਖੋਹ ਲਿਆ ਜਾਵੇ। ਕਿਲ੍ਹੇ ਦੇ ਨਾਲ ਨਾਲ ਜੋ ਬਿਲਡਿੰਗ ਹੈ ਕਿਲ੍ਹੇ ਦੀ, ਉਸ ਦੇ ਸਾਹਮਣੇ ਬਿਲਕੁਲ ਇੱਕ ਘਰਨੁਮਾ ਸਟਰਕਚਰ ਬਣੀ ਹੋਈ ਹੈ, ਇੱਕ ਬਿਲਡਿੰਗ ਬਣੀ ਹੈ ਜਿਸ ਦੇ ਅੰਦਰ ਕਮਰੇ ਰਹਿਣ ਨੂੰ ਮੌਜੂਦ ਹੈ। ਬੜੇ ਖੂਬਸੂਰਤ ਢੰਗ ਦੇ ਨਾਲ ਇਸ ਨੂੰ ਡਿਜ਼ਾਈਨ ਕੀਤਾ ਗਿਆ। ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇਸ ਬਿਲਡਿੰਗ ਨੂੰ ਚੰਗੀ ਤਰ੍ਹਾਂ ਦਿਖਾ ਦਿੱਤਾ ਜਾਵੇ। ਪੁਰਾਣੇ ਸਮੇਂ ਦੇ ਵਿੱਚ ਹਵਾਦਾਰ ਕਮਰੇ ਕਿਸ ਹਿਸਾਬ ਦੇ ਨਾਲ ਇਸ ਦੇ ਰੋਸ਼ਨਦਾਨ ਬਣਾਏ ਗਏ ਸੀ, ਕਿਸ ਹਿਸਾਬ ਦੇ ਨਾਲ ਉੱਪਰ ਖਿੜਕੀਆਂ ਲਗਾਈਆਂ ਗਈਆਂ ਸੀ, ਪੁਰਾਣੇ ਸਟਾਈਲ ਦੇ ਦਰਵਾਜ਼ੇ ਲਗਾਏ ਗਏ ਸੀਗੇ ਜੋ ਹਜੇ ਵੀ ਮੌਜੂਦ ਹੈ, ਪਰ ਖਸਤਾ ਹਾਲਤ ਦੇ ਵਿੱਚ। ਉੱਪਰ ਬਹੁਤ ਸੋਹਣੀਆਂ ਮੂਰਤੀਆਂ ਸਟਰਕਚਰ ਬਣਾਈਆਂ ਗਈਆਂ ਹੈਗੀਆਂ, ਬਹੁਤ ਸਾਰੇ ਸੁੰਦਰ ਡਿਜ਼ਾਈਨ ਇਸ ਦੇ ਵਿੱਚ ਬਣਾਏ ਗਏ ਹੈਗੇ ਆ, ਪਰ ਜੋ ਇੱਥੇ ਕੇਅਰ ਟੇਕਰ ਰਹਿ ਰਹੇ ਸੀਗੇ, ਇੱਥੇ ਦਿਖਾਵ ਵਾਲੇ ਇਸ ਕਿਲ੍ਹੇ ਦੀ ਦੇਖ ਰੇਖ ਰੱਖ ਰਹੇ ਸੀਗੇ, ਕਿਉਂਕਿ ਪਿੰਡ ਵਾਲੇ ਚਾਹੁੰਦੇ ਕਿ ਪ੍ਰੋਟੈਕਟ ਰਵੇ ਸਾਡਾ ਕਿਲ੍ਹਾ, ਕਿਉਂਕਿ ਪਛਾਣ ਕਹਿੰਦੇ ਦਰਸਾਉਂਦਾ ਸਾਡਾ ਕਿਲ੍ਹਾ। ਪਰ ਜੋ ਇਸ ਦਾ ਰੱਖ ਰਖਾਵ ਰੱਖ ਰਹੇ ਸੀ, ਅੱਜ ਕੱਲ੍ਹ ਉਹ ਵੀ ਇੱਥੇ ਨਹੀਂ ਰਹਿ ਰਹੇ। ਸਭ ਤੋਂ ਵੱਡਾ ਕਾਰਨ ਇਹ ਹੈ ਕਿਉਂਕਿ ਇਸ ਬਿਲਡਿੰਗ ਨੂੰ ਕਿਸੇ ਵੀ ਵਕਤ ਆਪਾਂ ਕਹੀਏ ਕਿ ਝਟਕਾ ਆ ਸਕਦਾ ਹੈ, ਬਿਲਡਿੰਗ ਕਿਸੇ ਵੀ ਵਕਤ ਡਿੱਗ ਸਕਦੀ ਹੈ, ਕਿਉਂਕਿ ਇੰਨੀ ਖਸਤਾ ਹਾਲਤ ਦੇ ਵਿੱਚ ਹੋ ਚੁੱਕੀ ਹੈ। ਹੁਣ ਤੁਸੀਂ ਇਹ ਤੋਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰਾਂ ਕਿੰਨੀਆਂ ਕੁ ਸੁਹਿਰਦ ਹੈਗੀਆਂ ਹਨ ਆਪਣੇ ਇਤਿਹਾਸ ਨੂੰ ਸਾਂਭਣ ਦੇ ਲਈ। ਤਾਂ ਸ਼ਾਇਦ ਲੱਗਦਾ ਹੈ ਕਿ ਜੇਕਰ ਸਰਕਾਰਾਂ ਨਹੀਂ ਤਾਂ ਸਿੱਖ ਸੰਸਥਾਵਾਂ ਨੂੰ ਇਸ ਵੱਲ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ। ਕੈਮਰਾ ਪਰਸਨ ਸੁਖਦੇਵ ਦੇ ਨਾਲ ਆਸ਼ੂ ਅਨੇਜਾ, ਲਿਬਰਲ ਟੀਵੀ ਪੰਜਾਬੀ।